ਹਾਲੇਲੂਇਆ। मैं आप सब ਦਾ ਅੱਜ ਦੇ ਇਸ ਡੇਲੀ ਡਿਵੋਸ਼ਨ ਦੇ ਵਿੱਚ ਸਵਾਗਤ ਕਰਦਾ ਹਾਂ। ਅੱਜ ਦੇ ਵਚਨਾਂ ਰਾਹੀਂ ਪਰਮੇਸ਼ਰ ਆਪ ਸਭ ਦੇ ਵਿਸ਼ਵਾਸ ਵਿੱਚ ਵਾਧਾ ਕਰੇ। ਸੋ ਅੱਜ ਦੇ ਇਸ ਡਿਵੋਸ਼ਨ ਦੇ ਲਈ ਜੋ ਪਰਮੇਸ਼ਰ ਦਾ ਵਚਨ ਲਿਆ ਗਿਆ ਹੈ ਉਹ ਹੈ ਕੁਰਿੰਥੀਆਂ ਦੀ ਕਿਤਾਬ ਵਿੱਚੋਂ, ਜਿਸ ਦਾ 3 ਅਧਿਆਇ ਦੀ 16 ਆਇਤ ਇਸ ਪ੍ਰਕਾਰ ਦੱਸਦੀ ਹੈ ਕਿ ਤੁਸੀਂ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਰ ਦੀ ਹੈਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਇੱਕ ਵਾਰ ਫਿਰ ਤੋਂ ਰਿਪੀਟ ਕਰਾਂਗਾ। ਵਚਨ ਸਾਨੂੰ ਦੱਸਦਾ ਹੈ ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੀ ਹੈਕਲ ਹੋ, ਤੁਸੀਂ ਪਰਮੇਸ਼ਰ ਦਾ ਮੰਦਿਰ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਸੋ ਇੱਥੇ ਪਰਮੇਸ਼ਰ ਦਾ ਵਚਨ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਤੁਸੀਂ ਪਰਮੇਸ਼ਰ ਦੀ ਹੈਕਲ ਹੋ ਅਤੇ ਤੁਸੀਂ ਪਰਮੇਸ਼ਰ ਦਾ ਮੰਦਿਰ ਹੋ ਅਤੇ ਉਸ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ। ਸੋ ਮੇਰੇ ਪਿਆਰਿਓ, ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਪੁਰਾਣੇ ਸਮੇਂ ਤੋਂ, ਪੁਰਾਣੇ ਨਿਯਮ ਤੋਂ ਪਰਮੇਸ਼ਰ ਦਾ ਆਤਮਾ ਧਰਤੀ 'ਤੇ ਆਉਂਦਾ ਸੀ। ਪਰਮੇਸ਼ਰ ਦੇ ਜਨਾਂ ਵਿੱਚ, ਪਰਮੇਸ਼ਰ ਦੇ ਲੋਕਾਂ ਵਿੱਚ, ਪਰਮੇਸ਼ਰ ਦੇ ਨਬੀਆਂ ਵਿੱਚ ਕੰਮ ਕਰਕੇ ਵਾਪਸ ਪਿਤਾ ਕੋਲ ਚਲਾ ਜਾਂਦਾ ਸੀ। ਮਗਰ ਹੁਣ ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਜੀ ਦੇ ਜੀ ਉੱਠਣ ਤੋਂ ਬਾਅਦ ਬਾਣੀ ਦੱਸਦੀ ਹੈ ਕਿ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਇਕੱਲਾ ਨਹੀਂ ਛੱਡਾਂਗਾ, ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਆਪਣਾ ਆਤਮਾ ਤੁਹਾਡੇ ਲਈ ਭੇਜਾਂਗਾ ਜਿਹੜਾ ਤੁਹਾਡੀ ਅਗਵਾਈ ਕਰੇਗਾ ਅਤੇ ਜਿਹੜਾ ਤੁਹਾਡੀ ਰਾਖੀ ਕਰੇਗਾ ਅਤੇ ਉਹ ਸਦਾ ਤੁਹਾਡੇ ਨਾਲ ਰਹੇਗਾ। ਸੋ ਮੇਰੇ ਪਿਆਰਿਓ, ਹੁਣ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਪਰਮੇਸ਼ਰ ਦਾ ਆਤਮਾ ਤੁਹਾਡੇ ਨਾਲ ਹੈ, ਉਹ ਤੁਹਾਡੇ ਅੰਦਰ ਵਾਸ ਕਰਦਾ ਹੈ। ਮਗਰ ਅੱਜ ਅਸੀਂ ਇਸ ਗੱਲ 'ਤੇ ਵਿਸ਼ਵਾਸ ਕਰਨਾ ਨਹੀਂ ਮੰਨਦੇ। ਅਸੀਂ ਅੱਜ ਇਸ ਗੱਲ 'ਤੇ ਵਿਸ਼ਵਾਸ ਕਰਨਾ ਨਹੀਂ ਚਾਹੁੰਦੇ ਕਿ ਪਰਮੇਸ਼ਰ ਦਾ ਆਤਮਾ ਸਾਡੇ ਨਾਲ ਆ, ਕਿਉਂਕਿ ਅਸੀਂ ਹੁਣ ਵੀ ਆਪਣੀ ਪੁਰਾਣੀਆਂ ਬੁਰਾਈਆਂ ਵਿੱਚ ਫਸੇ ਹੋਏ ਹਾਂ। ਅਸੀਂ ਹੁਣ ਵੀ ਲੋਕਾਂ ਦੀਆਂ ਚੁੰਗਲੀਆਂ ਕਰਦੇ ਹਾਂ। ਅਸੀਂ ਹੁਣ ਵੀ ਦੂਜਿਆਂ ਦੀ ਬੁਰਾਈਆਂ ਵਿੱਚ ਆਪਣਾ ਸਮਾਂ ਗੁਜ਼ਾਰਦੇ ਹਾਂ। ਅਸੀਂ ਹੁਣ ਵੀ ਦੂਜਿਆਂ ਨੂੰ ਬੁਰਾ ਭਲਾ ਕਹਿੰਦੇ ਹਾਂ। ਅਸੀਂ ਆਪਣੀ ਬੁਰੀ ਆਦਤਾਂ ਨੂੰ ਛੱਡਣਾ ਨਹੀਂ ਚਾਹੁੰਦੇ, ਕਿਉਂਕਿ ਸਾਡੇ ਅੰਦਰ ਮਸੀਹ 'ਚ ਆਉਣ ਤੋਂ ਬਾਅਦ ਵੀ ਖੋਟ ਆ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਖੋਟਾ ਸਿੱਕਾ ਪਰਮੇਸ਼ਰ ਦੇ ਮੰਦਿਰ 'ਚ ਨਹੀਂ ਚੱਲਦਾ। ਜਿਸ ਦਿਨ ਤੁਸੀਂ ਆਪਣੀ ਬੁਰਾਈਆਂ ਤੋਂ ਤੋਬਾ ਕਰੋਗੇ ਅਤੇ ਆਪਣੇ ਮੰਦਿਰ ਨੂੰ ਸਾਫ਼ ਕਰੋਗੇ ਅਤੇ ਆਪਣੇ ਮਨਾਂ ਨੂੰ ਪਵਿੱਤਰ ਕਰੋਗੇ, ਉਸ ਦਿਨ ਤੁਹਾਨੂੰ ਇਸ ਗੱਲ ਦਾ ਨੇਚਾ ਹੋ ਜਾਵੇਗਾ ਕਿ ਸੱਚਮੁੱਚ ਅਸੀਂ ਪਰਮੇਸ਼ਰ ਦੇ ਮੰਦਿਰ ਹਾਂ। ਮੇਰੇ ਪਿਆਰਿਓ, ਜਦੋਂ ਰਾਜਾ ਸੁਲੇਮਾਨ ਨੇ ਮੰਦਿਰ ਬਣਵਾਇਆ ਤਾਂ ਉੱਥੇ ਵੀ ਪਵਿੱਤਰ ਸਥਾਨ ਸੀ, ਅਤੀ ਪਵਿੱਤਰ ਸਥਾਨ ਸੀ, ਕਿਉਂਕਿ ਪਰਮੇਸ਼ਰ ਸਾਫ਼ ਸੁਥਰੀ ਪਵਿੱਤਰ ਜਗ੍ਹਾ 'ਤੇ ਵਾਸ ਕਰਦਾ ਹੈ। ਮੇਰੇ ਪਿਆਰਿਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਗੰਦੀ ਥਾਵਾਂ 'ਤੇ ਵਾਸ ਨਹੀਂ ਕਰਦਾ। ਪਰਮੇਸ਼ਰ ਅਜਿਹੀਆਂ ਥਾਵਾਂ 'ਤੇ ਵਾਸ ਨਹੀਂ ਕਰਦਾ ਜਿੱਥੇ ਬੁਰਾਈਆਂ ਭਰੀਆਂ ਹੋਣ। ਪਰਮੇਸ਼ਰ ਅਜਿਹੀਆਂ ਥਾਵਾਂ 'ਤੇ ਵਾਸ ਨਹੀਂ ਕਰਦਾ ਜਿੱਥੇ ਲੋਕਾਂ ਦੀਆਂ ਚੁੰਗਲੀਆਂ ਭਰੀਆਂ ਹੋਣ। ਪਰਮੇਸ਼ਰ ਅਜਿਹੀਆਂ ਥਾਵਾਂ 'ਤੇ ਵਾਸ ਨਹੀਂ ਕਰਦਾ ਜਿੱਥੇ ਉਸ ਦੇ ਵਚਨ ਲਈ ਕੋਈ ਵੀ ਥਾਂ ਨਾ ਹੋਵੇ। ਮੇਰੇ ਪਿਆਰਿਓ, ਪਰਮੇਸ਼ਰ ਸਾਫ਼ ਸੁਥਰੀ ਜਗ੍ਹਾ ਮੰਗਦਾ ਆ। ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਉਸ ਨੂੰ ਪਵਿੱਤਰਤਾ ਹੀ ਪਸੰਦ ਆ। ਉਸ ਦਾ ਵਚਨ ਸਾਨੂੰ ਇਹ ਆਖਦਾ ਆ ਕਿ ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਵੀ ਪਵਿੱਤਰ ਹਾਂ। ਮੇਰੇ ਪਿਆਰਿਓ, ਪਰਮੇਸ਼ਰ ਚਾਹੁੰਦਾ ਕਿ ਅਸੀਂ ਆਪਣੇ ਮੰਦਿਰ ਨੂੰ ਪਵਿੱਤਰ ਕਰ ਦਈਏ। ਤੁਸੀਂ ਦੇਖੋਗੇ ਆਪਣੇ ਜੀਵਨ ਦੇ ਵਿੱਚ, ਤੁਸੀਂ ਮਹਿਸੂਸ ਕਰੋਗੇ ਕਿ ਪਰਮੇਸ਼ਰ ਦੀ ਹਜ਼ੂਰੀ ਹੁਣ ਤੁਹਾਡੇ ਨਾਲ ਆ। ਜਦੋਂ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਕਰੋਗੇ, ਜਦੋਂ ਤੁਸੀਂ ਆਪਣੀ ਬੁਰਾਈਆਂ ਨੂੰ ਛੱਡ ਦਿਓਗੇ, ਜਦੋਂ ਤੁਸੀਂ ਆਪਣੇ ਬੁਰੇ ਜੀਵਨ ਨੂੰ, ਆਪਣੇ ਪੁਰਾਣੇ ਸੁਭਾਅ ਨੂੰ, ਆਪਣੇ ਪੁਰਾਣੇ ਜੀਵਨ ਨੂੰ ਆਪਣੇ ਮਸੀਹ ਜੀਵਨ ਵਿੱਚੋਂ ਦੂਰ ਕਰੋਗੇ, ਤੁਸੀਂ ਮਹਿਸੂਸ ਕਰੋਗੇ ਕਿ ਪਰਮੇਸ਼ਰ ਦਾ ਆਤਮਾ ਹੁਣ ਤੁਹਾਡੇ ਨਾਲ ਗੱਲ ਕਰਦਾ ਆ। ਤੁਸੀਂ ਮਹਿਸੂਸ ਕਰੋਗੇ ਮੇਰੇ ਭੈਣੋ ਅਤੇ ਭਰਾਵੋ ਕਿ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਹੁਣ ਉਹ ਵਧੀਆ ਤਰੀਕੇ ਨਾਲ ਹੋ ਰਿਹਾ ਆ। ਪਰਮੇਸ਼ਰ ਤੁਹਾਡੇ ਕੰਮ ਵਿੱਚ ਤੁਹਾਨੂੰ ਸਫਲ ਕਰ ਰਹੇ ਆ। ਕਿਉਂ? ਜੋ ਸਾਡੀ ਬੁਨਿਆਦ ਹੁਣ ਪਰਮੇਸ਼ਰ ਦੇ ਵਚਨਾਂ ਉੱਤੇ ਹੈ। ਮੇਰੇ ਪਿਆਰਿਓ, ਜਿਹੜਾ ਘਰ ਚੱਟਾਨ 'ਤੇ ਬਣਾਇਆ ਜਾਂਦਾ ਹੈ ਉਹ ਕਦੀ ਡੋਲਦਾ ਨਹੀਂ। ਭਾਵੇਂ ਕਿੰਨੇ ਵੀ ਤੂਫਾਨ ਆਉਣ, ਭਾਵੇਂ ਕਿੰਨੇ ਵੀ ਹਨੇਰੀਆਂ ਚੱਲਣ, ਭਾਵੇਂ ਸ਼ੈਤਾਨ ਕਿੰਨਾ ਵੀ ਜ਼ੋਰ ਲਾਵੇ, ਉਹ ਘਰ ਕਦੇ ਵੀ ਡੋਲਦਾ ਨਹੀਂ, ਕਿਉਂਕਿ ਵਚਨ ਕਦੀ ਟਲਦਾ ਨਹੀਂ। ਅਤੇ ਉਹ ਵਚਨ ਯਿਸੂ ਮਸੀਹ ਆ, ਅਤੇ ਉਹ ਵਚਨ ਪਰਮੇਸ਼ਰ ਦਾ ਆਤਮਾ ਆ, ਅਤੇ ਉਹ ਵਚਨ ਹੁਣ ਪਰਮੇਸ਼ਰ ਦੀ ਆਤਮਾ ਰਾਹੀਂ ਤੁਹਾਡੇ ਅੰਦਰ ਵਾਸ ਕਰਦਾ ਆ। ਤੁਸੀਂ ਵਿਸ਼ਵਾਸ ਕਰੋ ਅਤੇ ਪਰਮੇਸ਼ਰ ਤੋਂ ਆਪਣੀਆਂ ਬਰਕਤਾਂ ਨੂੰ ਪ੍ਰਾਪਤ ਕਰੋ। ਮੇਰੇ ਪਿਆਰਿਓ, ਤੁਸੀਂ ਪਰਮੇਸ਼ਰ ਦੇ ਮੰਦਿਰ ਉੱਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਆ।
ਸੋ ਪਰਮੇਸ਼ਰ ਤੁਹਾਨੂੰ ਇਹਨਾਂ ਵਚਨਾਂ ਰਾਹੀਂ ਬਹੁਤ ਹੀ ਜ਼ਿਆਦਾ ਆਸ਼ੀਸ਼ ਤੇ ਬਰਕਤ ਦੇਵੇ। ਆਮੀਨ।